ਕੀ ਲੱਗਦਾ ਜਿਹੜਾ ਉਸ ਵੇਲੇ ਤੋਂ ਲੈ ਕੇ 26 ਦੇ ਘਟਨਾਕ੍ਰਮ ਤੋਂ ਬਾਅਦ ਜਿਹੜਾ ਕਲੈਸ਼ ਸ਼ੁਰੂ ਹੋਇਆ ਸੀ, ਕਿਤੇ ਨਾ ਕਿਤੇ ਵਖਰੇਵੇਂ ਆਏ ਸੀਗੇ, ਹੁਣ ਕਿੱਦਾਂ ਦਾ ਲੱਗਦਾ? हाँ उतराव तो आया तो हुण असीं चढ़ाव वाल जावांगे जल्दी होई। तुहानूं मोर्चे ते सारे नौजवान ते जिहड़े बजुर्ग किसान जथेबंदियां दे आगू ने सारे इकट्ठे मिलणगे, सारे सिंगर वीर नाल ने। जी बीते दिनी रुलदू सिंह उन्हों का बयान भी आया कि लखा सिधाणा साडी स्टेज के उत्ते आवेगा भी, बोलेगा भी, गलबात भी करेगा। पर जो उन्होंने कुछ दिन पुराने बयान को देखिए तो वो भी कह रहे थे कि जिन्हों के नौजवान मगर ने, जिन्होंने लगता है कि उन्होंने पिछे बहुत नौजवान ने और 20 राह होर जाते हैं दिल्ली में, उत्थे जाके रोक लें। तो जो गल्लां खुलियां ना, गल्लां मीटिंगां दा दौर चलिया तो बैठे तो यह गल सामने आई कि नहीं लखा गलत नहीं है। तो उन्होंने भी मन्निया किते ना किते लखे प्रति वो नरम ने, दी प्रति थोड़ा हजे नहीं, उन्होंने दी प्रति नरम नहीं है। जल्दी हुई लखा दोबारा थानू स्टेज पर भी दिखूगा, आपका प्रचार भी करूगा, क्योंकि असी ये घोल जितना है। असी नहीं चाहते कि ये ते एक परसनलवाद वारी भारू होवे। भी कह रहे थे कि कुछ आगू नहीं सीगे तैयार, वो किहड़े आगू सी दस सकदे हो? नहीं हुण तां हो गए ना सारे, हुण तां सर्बसम्मति होगी, हुण तां रिटन च बस अजकल च आजूगा साडे हाथी ते वो गल निबड़ गई। जिन्ने भी आगू सीगे उन्होंने ये मान लिया, उन्होंने आपदा मता पास कर देना है तो स्टेज ते लखे नूं बुला लेना। ये अज च मैनूं लगदा अज हो जूगा। की क्या कि उत्थे स्टेज के उत्ते जो लखा जाऊगा तो कोई ये भी कहा गया कि इस तरह की गलबात ना हो स्टेज तो, या इस तरह का नहीं बोलना? ਉਹਦੇ ਵਿੱਚ ਹਜੇ ਸਾਨੂੰ ਕੰਡੀਸ਼ਨ ਆਈਆਂ ਨਹੀਂ, ਰਿਟਨ 'ਚ ਆਇਆ ਨਹੀਂ ਹੈ। ਉਹ ਸਿੰਪਲ ਜੀ ਗੱਲ ਆ ਵੀ ਹਾਂ ਅਸੀਂ ਸੰਯੁਕਤ ਮੋਰਚੇ ਦਾ ਜਿਹੜੀ ਇਹਨਾਂ ਦੇ ਕੋਈ ਨਿਯਮ ਨੇ ਉਹਨਾਂ ਦਾ ਖਿਆਲ ਰੱਖਾਂਗੇ। ਕਿਸਾਨੀ ਘੋਲ ਜਿੱਤਣਾ ਤੇ ਉਹ ਸਿੱਟਲਨੁਮਾ ਪ੍ਰਧਾਨ ਮੰਤਰੀ ਨੂੰ ਹਰਾਉਣਾ। ਸੋ ਇਸ ਲਈ ਜੇ ਇੱਕ ਟੀਚਾ ਇੱਕ ਮੰਜ਼ਿਲ ਹੈ ਤਾਂ ਫਿਰ ਸਾਨੂੰ ਇਹ ਆ ਵੀ ਇੱਕ ਰਾਹ ਆਪਦੀ ਸੋਚ ਆਪਦੇ ਪੱਲੇ, ਮੇਰੀ ਸੋਚ ਆ ਮੈਂ ਆਪਦੀ ਰੱਖਾਂ, ਪਰ ਉਹ ਸੰਘਰਸ਼ ਲਈ ਅਸੀਂ ਉਸ ਹਿਸਾਬ ਨਾਲ ਚੱਲੀਏ ਜਿਹੜੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ। ਸੋ ਇਸ ਲਈ ਲੱਗੇ ਹੋਏ ਆ, ਜਿਹੜੀ ਬਿਆਨਬਾਜ਼ੀ ਹੋਗੀ ਪੁਰਾਣੀਆਂ ਗੱਲਾਂ 'ਤੇ ਮਿੱਟੀ ਪਾਈਏ, ਤਗੜੇ ਹੋ ਕੇ ਅੱਗੇ ਨੂੰ ਕਿਵੇਂ ਅਸੀਂ ਲੜਨਾ ਹੈ ਉਹਦੇ ਬਾਰੇ ਸੋਚੀਏ। कुछ नौजवानों के वालों यह भी खदशा प्रगट किया जा रहा है कि लखा हुण दिल्ली जाऊगा, जिस तरीके के नाल लखे के उत्ते इनाम है, किते उन्होंने गिरफ्तार ना कर लिया जाए। ਤੁਸੀਂ ਦੇਖੋ ਵੀਰੇ ਅਸੀਂ ਉੱਥੇ ਬੰਦੇ ਮਾਰਨ ਗਏ ਯਾਰ, ਅਸੀਂ ਕਤਲ ਕਰਨ ਗਏ, 307 ਵਰਗੀਆਂ ਧਾਰਾਵਾਂ ਸਾਡੇ ਤੇ ਲਾਤੀਆਂ, ਸਾਡੇ ਨੌਜਵਾਨਾਂ ਤੇ ਲਾਤੀਆਂ। ਅਸੀਂ ਤਾਂ ਉੱਥੇ ਹੱਕ ਦੀ ਲੜਾਈ ਲੜਨ ਗਏ ਯਾਰ, ਅਸੀਂ ਤਾਂ ਖੇਤਾਂ ਦੇ ਰਾਜੇ ਸੀ, ਅਸੀਂ ਤਾਂ ਸੜਕਾਂ ਤੇ ਰੁਲੇ ਪਏ ਆ ਉੱਥੇ। ਸੋ ਇਸ ਲਈ ਮੈਨੂੰ ਲੱਗਦਾ ਦੀਪ ਦੀ ਵੀ 1-2 ਦਿਨਾਂ 'ਚ ਬੇਲ ਹੋ ਜੂਗੀ ਤੇ ਉਹ ਵੀ ਆ ਕੇ ਬਾਹਰ ਇਸ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਇੱਥੇ ਆ ਕੇ ਖੜ ਜੂਗਾ ਤੇ ਇਹ ਮੋਰਚੇ ਜਿੱਤਣ ਵੱਲ ਨੂੰ ਹੋ ਜੂਗਾ। ਪਰ ਟੀਚਾ ਤਾਂ ਇੱਕ ਹੀ ਸੀ ਨਾ, ਉਹਨੇ ਲਗਜ਼ਰੀ ਲਾਈਫ ਛੱਡ ਕੇ ਉੱਥੇ ਬੈਠਾ ਕਿਤੇ ਉਹ ਕਰੋੜਾਂ ਦੀਆਂ ਗੱਡੀਆਂ 'ਚ ਘੁੰਮਣ ਵਾਲਾ ਇਨਸਾਨ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ। ਸੋ ਉਹਨੇ ਯਾਰ ਕੋਈ ਅਲੱਗ ਕੋਈ ਜ਼ੁਰਮ ਤਾਂ ਨਹੀਂ ਕੀਤਾ ਜਾਂ ਉਹਨੇ ਕੋਈ ਗਲਤ ਤਾਂ ਨਹੀਂ ਕੀਤਾ। ਹਾਂ ਜਜ਼ਬਾਤੀ ਹੋਇਆ ਬੰਦਾ ਕੁਛ ਵੀ ਕਰ ਜਾਂਦਾ ਹੈ। ਅਸੀਂ ਲੋਕਾਂ ਦੇ ਮਨਾਂ 'ਚ ਇਹ ਘਰ ਕਰਤਾ ਵੀ ਅਸੀਂ ਕਾਨੂੰਨ ਰੱਦ ਕਰਾਉਣੇ ਨੇ। ਹੁਣ ਜਿਹੜਾ ਰੱਦ ਸ਼ਬਦ ਹੈ ਨਾ, ਉਧਰ ਜਿਹੜੀ ਸਰਕਾਰ ਵੱਲੋਂ ਮਿਨਿਸਟਰ ਨੇ ਉਹ ਰੱਦ ਕਰਨਾ ਨਹੀਂ ਚਾਹੁੰਦੇ, ਅਸੀਂ ਰੱਦ ਕਰਾਏ ਤੋਂ ਬਿਨਾਂ ਹਿੱਲਣਾ ਨਹੀਂ ਚਾਹੁੰਦੇ। ਸੋ ਹੁਣ ਕੁੰਡੀ ਉਹ ਰੱਦ ਤੇ ਫਸੀ ਆ। ਸੋ ਉਹ ਕਹਿੰਦੇ ਨੇ ਕਿ ਅਸੀਂ ਰੱਦ ਕਰਨਾ ਨਹੀਂ, ਦੇਖਦੇ ਕਿੰਨਾ ਚਿਰ ਬੈਠੇ ਆ। ਉਹਨਾਂ ਨੂੰ ਐਂ ਲੱਗਦਾ ਵੀ ਹੁਣ ਗਰਮੀ ਆ ਗਈ ਨਿਕਲ ਜਾਣਗੇ। ਜਿਹੜੇ 5 ਡਿਗਰੀ ਤਾਪਮਾਨ ਜਦੋਂ ਪੂਰਾ ਪੋਹ ਮਾਘ ਸੀ ਉਦੋਂ ਨਹੀਂ ਹਿੱਲੇ, ਇਹਨਾਂ ਨੇ ਗਰਮੀਆਂ 'ਚ ਕਿੱਥੋਂ ਹਿੱਲਣਾ। किसानी संघर्ष लगातार पंजाब की हदूद तो शुरू होया सी, बीते 6 महीने हो चुके ने और दिल्ली ਦੀਆਂ हदूद उत्ते दिल्ली के बॉर्डर के उत्ते 4 महीने तो ਵੱਧ ਦਾ ਸਮਾਂ ਹੋ ਚੁੱਕਿਆ ਹੈ। किसानी संघर्ष ਨੂੰ ਚੱਲਦਿਆਂ ਅੱਜ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੀ ਸਮੁੱਚੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬੇਸ਼ੱਕ ਦੀ ਥੋੜੀ ਬਹੁਤੀ ਆਵਾਜਾਈ ਹੈ, ਪਰ ਸਮੁੱਚੇ ਤੌਰ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਰੱਖੀਆਂ ਗਈਆਂ ਨੇ। ਔਰ ਇਸ ਸੰਘਰਸ਼ ਦੇ ਵਿੱਚ ਵੱਖ-ਵੱਖ ਪੜਾਅ ਆਏ ਨੇ। खास तौर के उत्ते जे मैं गल करा तो 26 के घटनाक्रम तो बाद जिहड़ा स्टेज के उत्तों लखा सिधाणा ते दीप सिद्धू के अगेंस्ट जिस तरह की बयानबाजी हुई सी, उस तो बाद जिहड़ा नौजवानों के विच रोस सीगा, किते ना किते किसान जथेबंदियां ते नौजवानों के विचकार रोस भी वधिया सी। वो कित्थे क खड़ा है, साडे नाल अज सुख जगराओं मौजूद ने, उन्हां गलबात करते हैं। बाई जी सब तो पहला तो बहुत बहुत धन्यवाद तुहाडा गलबात करन दे लई। सत श्री अकाल जी, बहुत धन्यवाद जी। की लगदा है जिहड़ा उस वेले तो लैके 26 के घटनाक्रम तो बाद जिहड़ा कलैश शुरू होया सी,
ਕਿਤੇ ਨਾ ਕਿਤੇ ਵਖਰੇਵੇਂ ਆਏ ਸੀਗੇ, ਹੁਣ ਕਿੱਦਾਂ ਦਾ ਲੱਗਦਾ? ਦੇਖੋ ਸਭ ਕੁਝ ਸਹੀ ਹੋ ਚੁੱਕਿਆ ਜੀ। ਥੋੜ੍ਹਾ ਜਿਹਾ ਕਿਉਂਕਿ ਜਦੋਂ ਐਡੇ ਵੱਡੇ ਸੰਘਰਸ਼ ਚੱਲਦੇ ਨੇ ਤਾਂ ਉਤਰਾਅ ਚੜ੍ਹਾਉਣੇ ਲਾਜ਼ਮੀ ਹੁੰਦੇ ਨੇ। ਸੋ ਥੋੜ੍ਹਾ ਡਾਊਨਫਾਲ ਤਾਂ ਗਏ ਆ, ਇਹ 'ਚ ਕੋਈ ਗੱਲ ਨਹੀਂ, ਡਾਊਨ ਗਏ ਆ ਤਾਂ ਕੋਈ ਨਹੀਂ, ਚੜ੍ਹਦੀ ਕਲਾ ਵੱਲ ਵੀ ਹੋ ਜਾਵਾਂਗੇ। ਮੋਰਚਾ ਅੱਜ ਵੀ ਚੱਲ ਰਿਹਾ ਜ਼ਰੂਰ, ਇਹ ਮੈਂ ਮੁੱਕਰ ਨਹੀਂ ਰਿਹਾ ਜਾਏ, ਗੱਲ ਮੈਂ ਕਹਿਣ ਨੂੰ ਨਹੀਂ ਕਤਰਾਵਾਂਗਾ ਕਿ ਹਾਂ ਉਤਰਾਅ ਤਾਂ ਆਇਆ ਤੇ ਹੁਣ ਅਸੀਂ ਚੜ੍ਹਾਅ ਵੱਲ ਜਾਵਾਂਗੇ ਜਲਦੀ ਹੋਈ। ਤੁਹਾਨੂੰ ਮੋਰਚੇ ਤੇ ਸਾਰੇ ਨੌਜਵਾਨ ਅਤੇ ਜਿਹੜੇ ਬਜ਼ੁਰਗ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਸਾਰੇ ਇਕੱਠੇ ਮਿਲਣਗੇ, ਸਾਰੇ ਸਿੰਗਰ ਵੀਰ ਨਾਲ ਨੇ, ਜਿਹੜੇ ਮੁੰਡੇ ਸਿੰਗਰ ਕੁਛ ਕਲਾਕਾਰ ਸਾਡੇ ਭਰਾ ਸਾਡੇ ਦੋਸਤ ਇੱਕ ਸਟੈਪ ਬੈਕ ਲੈ ਗਏ ਸੀ, ਉਹ ਵੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਪੂਰੇ ਯਤਨ ਕਰ ਰਹੇ ਨੇ। ਤੇ ਹੁਣ ਪੂਰੇ ਮਜ਼ਬੂਤ ਹੋ ਕੇ ਦੁਬਾਰਾ ਦਿੱਲੀ ਵੱਲ ਚਾਲੇ ਪਾਵਾਂਗੇ ਤੇ ਤੁਹਾਨੂੰ ਸਾਰੇ ਇੱਕ ਦਿਖਣਗੇ। ਅੱਛਾ, ਜਿੱਦਾਂ ਹੁਣ ਪਿੱਛੇ ਜੇ ਬੀਤੇ ਦਿਨੀ ਰੁਲਦੂ ਸਿੰਘ ਉਹਨਾਂ ਦਾ ਬਿਆਨ ਵੀ ਆਇਆ ਕਿ ਲੱਖਾ ਸਿਧਾਣਾ ਸਾਡੀ ਸਟੇਜ ਦੇ ਉੱਤੇ ਆਵੇਗਾ ਵੀ, ਬੋਲੇਗਾ ਵੀ, ਗੱਲਬਾਤ ਵੀ ਕਰੇਗਾ, ਪਰ ਜੇ ਉਹਨਾਂ ਦੇ ਕੁਝ ਦਿਨ ਪੁਰਾਣੇ ਬਿਆਨ ਨੂੰ ਦੇਖੀਏ ਤਾਂ ਉਹ ਵੀ ਕਹਿ ਰਹੇ ਸੀ ਕਿ ਜਿਨ੍ਹਾਂ ਦੇ ਨੌਜਵਾਨ ਮਗਰ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਿੱਛੇ ਬਹੁਤ ਨੌਜਵਾਨ ਨੇ ਔਰ 20 ਰਾਹ ਹੋਰ ਜਾਂਦੇ ਨੇ ਦਿੱਲੀ ਨੂੰ, ਉੱਥੇ ਜਾ ਕੇ ਰੋਕ ਲੈਣ। ਦੇਖੋ ਇਹ ਨਾ ਜਦੋਂ ਸਾਡੀ ਕਿਸੇ ਨਾਲ ਲੜਾਈ ਹੋ ਜਾਂਦੀ ਹੈ ਨਾ ਤਾਂ ਫਿਰ ਹਰੇਕ ਹੱਥਕੰਡਾ ਅਪਣਾਉਣਾ ਪੈਂਦਾ ਹੈ। ਉਹਨਾਂ ਨੂੰ ਐਂ ਲੱਗਦਾ ਸੀ ਕਿ ਸ਼ਾਇਦ ਇਹਨਾਂ ਦਾ ਉਹਦੇ ਵਿੱਚ ਕਸੂਰ ਹੈ, ਪਰ ਜਦੋਂ ਉਹਨਾਂ ਨੇ ਪੂਰਾ ਆਵਾਜ਼ ਕੀਤਾ ਜਾਂ ਉਹਨਾਂ ਨੇ ਦੇਖਿਆ ਜਾਂ ਫਿਰ ਜਥੇਬੰਦੀਆਂ ਕੋਲੇ ਅਸੀਂ ਗਏ, ਮੈਂ ਹੋਰ ਮੇਰੇ ਨਾਲ ਬਾਈ ਕੰਵਰ ਗਰੇਵਾਲ ਹੋ ਗਿਆ, ਸੁਖਵਿੰਦਰ ਪੀਪੀ ਹੁਣੇ, ਹਰਫ ਚੀਮਾ ਬਾਈ, ਹਰਿੰਦਰ ਮੁੰਡਾ, ਉਹ ਤਾਂ ਸਾਰੇ, ਤਾਂ ਜਦੋਂ ਗੱਲਾਂ ਖੁੱਲ੍ਹੀਆਂ ਨਾ, ਗੱਲਾਂ ਮੀਟਿੰਗਾਂ ਦਾ ਦੌਰ ਚੱਲਿਆ ਤਾਂ ਬੈਠੇ ਤਾਂ ਇਹ ਗੱਲ ਸਾਹਮਣੇ ਆਈ ਕਿ ਨਹੀਂ, ਲੱਖਾ ਗਲਤ ਨਹੀਂ ਹੈ। ਤੇ ਉਹਨਾਂ ਨੇ ਵੀ ਮੰਨਿਆ ਕਿਤੇ ਨਾ ਕਿਤੇ ਲੱਖੇ ਪ੍ਰਤੀ ਉਹ ਨਰਮ ਨੇ, ਦੀਪ ਪ੍ਰਤੀ ਥੋੜ੍ਹਾ ਹਜੇ ਨਹੀਂ, ਉਹਨੂੰ ਦੀਪ ਪ੍ਰਤੀ ਨਰਮ ਨਹੀਂ ਹੈਗੇ। ਇਸ ਲਈ ਜਲਦੀ ਹੋਈ ਲੱਖਾ ਦੁਬਾਰਾ ਤੁਹਾਨੂੰ ਸਟੇਜ 'ਤੇ ਵੀ ਦਿਖੂਗਾ, ਆਪਦਾ ਪ੍ਰਚਾਰ ਵੀ ਕਰੂਗਾ, ਕਿਉਂਕਿ ਅਸੀਂ ਇਹ ਘੋਲ ਜਿੱਤਣਾ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹਦੇ 'ਤੇ ਇੱਕ ਪਰਸਨਲ ਵਾਰੀ ਭਾਰੂ ਹੋਵੇ। ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਪਹਿਲਾਂ ਸੰਘਰਸ਼ ਚੱਲ ਰਹੀ ਉੱਦਾਂ ਹੀ ਹੁਣ ਚੱਲੇ ਤੇ ਅਸੀਂ ਜਿੱਤ ਕੇ ਵਾਪਸ ਆਈਏ। ਇਹਦੇ ਲਈ ਅਸੀਂ ਤਣੋ ਮਨੋ ਤੇ ਤਣੋ ਪੂਰੇ ਜ਼ੋਰ ਖਰੋਸ਼ ਨਾਲ ਲੱਗੇ ਹੋਏ ਹਾਂ ਤੇ ਜਲਦੀ ਹੋਈ ਸਾਡੀ ਜਿੱਤ ਯਕੀਨੀ ਹੋਵੇਗੀ। ਅੱਛਾ, ਇੱਕ ਤੁਸੀਂ ਇਹ ਵੀ ਕਹਿ ਰਹੇ ਸੀਗੇ ਕਿ ਕੁਝ ਆਗੂ ਨਹੀਂ ਸੀਗੇ ਤਿਆਰ, ਉਹ ਕਿਹੜੇ ਆਗੂ ਸੀ, ਦੱਸ ਸਕਦੇ ਹੋ? ਨਹੀਂ, ਹੁਣ ਤਾਂ ਹੋ ਗਏ ਨਾ ਸਾਰੇ, ਹੁਣ ਤਾਂ ਸਰਬਸੰਮਤੀ ਹੋ ਗਈ, ਹੁਣ ਤਾਂ ਰਿਟਨ 'ਚ ਬਸ ਅੱਜ ਕੱਲ੍ਹ 'ਚ ਆ ਜਾਊਗਾ ਸਾਡੇ ਹੱਥੀ ਤੇ ਉਹ ਗੱਲ ਨਿਬੜ ਗਈ। ਪਹਿਲਾਂ ਅਸੀਂ ਦੇਖੋ ਹਰ ਇੱਕ ਬੰਦਾ ਜਿਹੜਾ ਮਨੁੱਖੀ ਵਰਤਾਰਾ ਨਾ ਤਾਂ ਇਨਸਾਨ ਨੂੰ ਦੁੱਖ ਲੱਗਦਾ ਜਦੋਂ ਬਾਰ-ਬਾਰ ਮੈਂ ਕਹਾਂ ਨਹੀਂ, ਤੁਹਾਨੂੰ ਕਹਾਂ ਬਾਈ ਜੀ ਆ ਨਹੀਂ ਹੈ ਨਾ, ਅਸੀਂ ਉਹ ਕਹਿ ਕੇ ਉਹ ਚੀਜ਼ਾਂ ਹੋ ਗਈਆਂ ਸੀ ਤਾਂ ਉਹਦੇ ਵਿੱਚ ਸਹਿਮਤੀ ਨਹੀਂ ਬਣ ਪਾ ਰਹੀ ਸੀ। ਪਰ ਹੁਣ ਸਰਬਸੰਮਤੀ ਨਾਲ ਸਾਰੇ ਜਿੰਨੇ ਵੀ ਆਗੂ ਸੀਗੇ ਉਹਨਾਂ ਨੇ ਇਹ ਮੰਨ ਲਿਆ, ਉਹਨਾਂ ਨੇ ਆਪਦਾ ਮਤਾ ਪਾਸ ਕਰ ਦੇਣਾ ਤੇ ਸਟੇਜ 'ਤੇ ਲੱਖੇ ਨੂੰ ਬੁਲਾ ਲੈਣਾ। ਇਹ ਅੱਜ 'ਚ ਮੈਨੂੰ ਲੱਗਦਾ ਅੱਜ ਹੋ ਜਾਊਗਾ। ਕੀ ਕਿਹਾ ਕਿ ਉੱਥੇ ਸਟੇਜ ਦੇ ਉੱਤੇ ਜਦੋਂ ਲੱਖਾ ਜਾਊਗਾ ਤਾਂ ਕੋਈ ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਸਟੇਜ ਤੋਂ, ਜਾਂ ਇਸ ਤਰ੍ਹਾਂ ਦਾ ਨਹੀਂ ਬੋਲਣਾ? ਉਹਦੇ ਵਿੱਚ ਹਜੇ ਸਾਨੂੰ ਕੰਡੀਸ਼ਨ ਆਈਆਂ ਨਹੀਂ, ਰਿਟਨ 'ਚ ਆਇਆ ਨਹੀਂ ਹੈ। ਉਹ ਸਿੰਪਲ ਜੀ ਗੱਲ ਆ ਵੀ ਹਾਂ ਅਸੀਂ ਸੰਯੁਕਤ ਮੋਰਚੇ ਦਾ ਜਿਹੜੀ ਇਹਨਾਂ ਦੇ ਕੋਈ ਨਿਯਮ ਨੇ ਉਹਨਾਂ ਦਾ ਖਿਆਲ ਰੱਖਾਂਗੇ, ਹੈ ਨਾ। ਤੇ ਅਗਲੀ ਗੱਲ ਹੈ ਕਿ ਅਸੀਂ ਕੋਈ ਆਪਦੇ ਨਿੱਜਵਾਦ ਲਈ ਨਹੀਂ ਜਾ ਰਹੇ ਉੱਥੇ, ਜਾਂ ਸਾਡਾ ਕੋਈ ਅਲੱਗ ਏਜੰਡਾ ਨਹੀਂ ਹੈ, ਸਾਡਾ ਕੋਈ ਰਾਹ ਅਲੱਗ ਜ਼ਰੂਰ ਹੋ ਸਕਦੇ ਨੇ, ਮੰਜ਼ਿਲ ਇੱਕੋ ਹੈ, ਮੋਦੀ ਨੂੰ ਹਰਾਉਣਾ ਤੇ ਕਿਸਾਨੀ ਘੋਲ ਜਿੱਤਣਾ। ਇਸ ਲਈ ਉਹਦੇ ਵਿੱਚ ਵੱਖ-ਵੱਖ ਸੋਚ ਦੇ ਬੰਦੇ, ਵੱਖ-ਵੱਖ ਧਾਰਾਵਾਂ ਨਾਲ ਸੰਬੰਧਿਤ ਬੰਦੇ, ਚਾਹੇ ਉਹ ਕਿਸੇ ਸੋਚ ਨੂੰ ਫੋਲੋ ਕਰਦਾ ਜਾਂ ਕੋਈ ਉਹਦੀ ਇੰਡੀਵਿਜੂਅਲ ਸੋਚ ਹੈ, ਹਰ ਇੱਕ ਤਰ੍ਹਾਂ ਦੇ ਉੱਥੇ ਬੰਦੇ ਬੈਠੇ ਨੇ, ਪਰ ਟੀਚਾ ਸਭ ਦਾ ਇੱਕ ਹੈ, ਕਿਸਾਨੀ ਘੋਲ ਜਿੱਤਣਾ ਤੇ ਉਹ ਹਿਟਲਰਨੁਮਾ ਪ੍ਰਧਾਨ ਮੰਤਰੀ ਨੂੰ ਹਰਾਉਣਾ। ਸੋ ਇਸ ਲਈ ਜੇ ਇੱਕ ਟੀਚਾ, ਇੱਕ ਮੰਜ਼ਿਲ ਹੈ ਤਾਂ ਫਿਰ ਸਾਨੂੰ ਇਹ ਆ ਵੀ ਇੱਕ ਰਾਹ, ਆਪਦੀ ਸੋਚ ਆਪਦੇ ਪੱਲੇ, ਮੇਰੀ ਸੋਚ ਆ ਮੈਂ ਆਪਦੀ ਰੱਖਾਂ, ਪਰ ਉਹ ਸੰਘਰਸ਼ ਲਈ ਅਸੀਂ ਉਸ ਹਿਸਾਬ ਨਾਲ ਚੱਲੀਏ ਜਿਹੜੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ, ਜਿਹੜੇ ਹਿਸਾਬ ਨਾਲ ਅਸੀਂ ਜਿੱਤ ਸਕੀਏ। ਸੋ ਇਸ ਲਈ ਏਜੰਡੇ ਜਾਂ ਆਪਾਂ ਕਹਿ ਲਈਏ ਸੋਚ ਦਾ ਫਰਕ ਹੋਣਾ ਅਲੱਗ ਗੱਲ ਹੈ, ਪਰ ਕਿਸਾਨੀ ਸੰਘਰਸ਼ ਜਿੱਤਣਾ ਵੱਖ ਗੱਲ ਹੈ। ਸੋ ਅਸੀਂ ਬਿਲਕੁਲ ਉਸ ਰਾਹ 'ਤੇ ਅਸੀਂ ਚਾਹਾਂਗੇ ਕਿ ਇਕੱਠੇ ਹੋ ਕੇ, ਦੇਖੋ ਜਿਹੜੀਆਂ ਆਪਸੀ ਫਰਕ ਨੇ ਨਾ, ਹੁਣ ਮੇਰੇ ਵੀ ਕਈ ਬੰਦਿਆਂ ਨਾਲ ਵਖਰੇਵੇਂ ਨੇ, ਸਾਡੀ ਸੋਚ ਮਿਲਦੀ ਹੋਈ ਨਹੀਂ, ਪਰ ਅਸੀਂ ਉੱਥੇ ਇੱਕ ਮੀਟਿੰਗ 'ਚ ਇਕੱਠੇ ਬਹਿੰਦੇ। ਕਿਉਂਕਿ ਜਦੋਂ ਅਸੀਂ ਜਿੱਤ ਲੈਣਾ ਫਿਰ ਪੰਜਾਬ ਆ ਕੇ ਆਪਾਂ ਇੱਕ ਦੂਜੇ ਦੇ ਐਲੀਗੇਸ਼ਨ ਵੱਡੇ ਲਾ ਲਵਾਂਗੇ, ਇੱਕ ਦੂਜੇ ਨਾਲ ਆਪਾਂ ਇੱਥੇ ਆ ਕੇ ਕੱਢ ਲਵਾਂਗੇ। ਪਰ ਹੁਣ ਮੋਰਚਾ ਜਿੱਤਣਾ ਚਾਹੀਦਾ। ਇਸ ਲਈ ਮੈਨੂੰ ਲੱਗਦਾ ਕਿ ਸਾਨੂੰ ਇੱਕ ਸੋਚ ਤੇ ਇੱਕ ਰਾਹ 'ਤੇ ਚੱਲਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਵੀ ਜੇ ਨੌਜਵਾਨਾਂ ਲਈ ਨਿਯਮ ਪ੍ਰਣਾਲੀ ਲਾਗੂ ਕੀਤੀ ਜਾਂਦੀ ਹੈ ਵੀ ਇਸ ਤਰ੍ਹਾਂ ਦਾ ਲੱਖੇ ਨੇ ਨਹੀਂ ਬੋਲਣਾ ਜਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੌਜਵਾਨ ਸਟੇਜ ਦੇ ਉੱਤੋਂ ਨਾ ਕਰਨ, ਤੇ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੇ ਲਈ ਵੀ ਇਹ ਜਿਹੜੇ ਨਿਯਮ ਆ ਇਹ ਬਰਾਬਰ ਲਾਗੂ ਹੋਣੇ ਚਾਹੀਦੇ ਆ? ਕਿਉਂਕਿ ਆਪਾਂ ਦੇਖਿਆ ਕਿ 26 ਦੇ ਘਟਨਾਕ੍ਰਮ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਲੀਡਰਾਂ ਦੇ ਵੱਲੋਂ ਕੀਤੀ ਗਈ, ਲੀਡਰਾਂ ਨੇ ਕਿਹਾ ਕਿ ਦਿੱਲੀ ਵੱਲ ਨੂੰ ਟਰੈਕਟਰ ਜਾਣਗੇ, ਲਾਲ ਕਿਲ੍ਹੇ ਵੱਲ ਨੂੰ ਜਾਣਗੇ, ਇਸ ਤਰ੍ਹਾਂ ਦੀ ਬਿਆਨਬਾਜ਼ੀ ਆਪਾਂ ਬੀਤੇ ਦਿਨੀ ਰਾਕੇਸ਼ ਟਕੈਤ ਉਹਨਾਂ ਦੇ ਵੱਲੋਂ ਵੀ ਕੀਤੀ ਗਈ ਹੈ ਕਿ ਦੁਬਾਰਾ ਤੋਂ ਸਾਨੂੰ ਲੱਗਦਾ ਬੈਰੀਕੇਡ ਤੋੜਨੇ ਪੈਣਗੇ ਦਿੱਲੀ ਦਾਖਲ ਹੋਣ ਲਈ। ਦੇਖੋ ਉਹ ਵੀ ਆਪਦੀ ਗਲਤੀ, ਜਿਹੜੀ ਮੰਨ ਲਓ ਇੱਕ ਆਗੂ ਨੇ ਕਿਹਾ, ਹੁਣ ਉਹ 32 ਜਥੇਬੰਦੀਆਂ ਦਾ ਇੱਕ ਸਮੂਹ ਸੰਯੁਕਤ ਮੋਰਚਾ, ਉਹਦੇ ਵਿੱਚ 3-4 ਹਰਿਆਣੇ ਦੀਆਂ ਜਾਂ ਦਿੱਲੀ ਦੀਆਂ ਵੀ, ਯੂਪੀ ਤੋਂ ਵੀ ਆ ਜਾਂਦੇ ਨੇ, ਟਕੈਤ ਉਹਨਾਂ ਦੀ ਹੋਊਗੀ, ਤਾਂ ਉਹ ਵੀ ਮੰਨ ਰਹੇ ਨੇ ਵੀ ਜੋ ਉੱਥੇ ਹੋਇਆ ਉਹ ਵੀ ਗਲਤ ਸੀ।
ਇਹ 'ਚ ਐ ਨਹੀਂ ਵੀ ਜਦੋਂ ਕਿਤੇ ਬੈਠੀ ਦਾ, ਜਦੋਂ ਕੋਈ ਆਪਾਂ ਇਕੱਠੇ ਬੈਠੀ ਦਾ ਤਾਂ ਉੱਥੇ ਨਹੀਂ ਹੁੰਦਾ ਇੱਕ ਪੱਖ ਦੀ ਸੁਣੀ ਜਾਂਦੀ ਹੈ। ਨਹੀਂ, ਜਿਹੜੀਆਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਅਸੀਂ ਅਹਿਸਾਸ ਕਰਾਇਆ ਵੀ ਆਹ ਤੁਸੀਂ ਕਿਹਾ, ਹਰ ਇੱਕ ਬੰਦੇ ਨੂੰ ਇੱਕ ਦੂਜੇ ਦੀਆਂ ਗਲਤੀਆਂ ਦੱਸਣ ਦਾ ਮੌਕਾ ਮਿਲਦਾ ਹੈ। ਸੋ ਉਹ ਵੀ ਮੰਨਦੇ ਨੇ ਵੀ ਹਾਂ ਇਹ ਚੀਜ਼ਾਂ ਹੋਈਆਂ ਨੇ। ਸੋ ਅੱਗੇ ਤੋਂ ਚਾਹੇ ਉਹ ਕਿਸੇ ਜਥੇਬੰਦੀ ਦਾ ਆਗੂ ਹੈ, ਚਾਹੇ ਕੋਈ ਹੋਰ ਹੈ, ਕਦੀ ਵੀ ਇਹ ਨਹੀਂ ਹੋਊਗਾ ਯਾਰ ਇੱਕ ਦੂਜੇ ਦੇ ਅਗੇਂਸਟ ਬਿਆਨ ਦੇਣਗੇ ਜਾਂ ਦੇਣੇ ਚਾਹੀਦੇ ਨੇ। ਮੈਨੂੰ ਲੱਗਦਾ ਪਰਸਨਲ ਤੌਰ ਤੇ ਵੀ ਸਾਡਾ ਫਰਜ਼ ਇਹੀ ਬਣਦਾ ਹੈ ਕਿ ਸੰਘਰਸ਼ ਦੇ ਰਾਹ ਪਏ ਹੋਏ ਆ। ਪਿਛਲੇ 6 ਮਹੀਨੇ ਤੋਂ ਪਹਿਲੇ ਦਿਨ ਤੋਂ ਅਸੀਂ ਲੱਗੇ ਹਾਂ। ਅਸੀਂ ਪੰਜਾਬ ਦੇ ਵਿੱਚ ਕੀ ਨਹੀਂ ਕੀਤਾ, ਹਰ ਇੱਕ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਗਾਇਆ, ਵੱਡੇ ਫੰਕਸ਼ਨ ਕੀਤੇ, ਛੋਟੀਆਂ ਮੀਟਿੰਗਾਂ ਕੀਤੀਆਂ। ਹੁਣ ਵੀ ਅਸੀਂ ਆ ਰਹੇ ਹਾਂ ਤੇ ਇੱਕ ਤੁਹਾਨੂੰ ਮੈਂ ਦੱਸ ਹੀ ਦੇਣਾ ਕਿ ਅਸੀਂ ਲੋਕਾਂ ਨੂੰ ਆ ਜਿਹੜੇ 4-4 5-5 ਵੀ ਬੈਠੇ ਨੇ ਉਹਨਾਂ ਨੂੰ ਵੀ ਕਹਿ ਰਹੇ ਵੀ ਆਪਾਂ ਇਸ ਦਿਨ ਐਂ ਕਰਕੇ ਆਪਾਂ ਚੱਲੀਏ ਯਾਰ, ਆਹ ਚੀਜ਼ ਘਟਾਈਏ। ਸੋ ਇਸ ਲਈ ਲੱਗੇ ਹੋਏ ਆ। ਜਿਹੜੀ ਬਿਆਨਬਾਜ਼ੀ ਹੋਗੀ, ਪੁਰਾਣੀਆਂ ਗੱਲਾਂ ਦੇ ਮਿੱਟੀ ਪਾਈਏ, ਤਗੜੇ ਹੋ ਕੇ ਅੱਗੇ ਨੂੰ ਕਿਵੇਂ ਅਸੀਂ ਲੜਨਾ ਹੈ ਉਹਦੇ ਬਾਰੇ ਸੋਚੀਏ। ਕਿਉਂਕਿ ਤੁਸੀਂ ਦੇਖਿਆ ਹੋਣਾ ਛੋਟੇ ਬੱਚੇ ਵੀ ਡਿੱਗ ਪੈਂਦੇ ਨੇ, ਆਪਾਂ ਉਹਨਾਂ ਨੂੰ ਕਹਿਣਾ ਯਾਰ ਕੀੜੀ ਦਾ ਆਟਾ ਡੁੱਲ ਗਿਆ, ਉੱਠ ਦੁਬਾਰਾ। ਸੋ ਇਦਾਂ ਹੀ ਸਮਝੋ ਕੀੜੀ ਦਾ ਆਟਾ ਡੁੱਲ ਗਿਆ, ਦੁਬਾਰਾ ਖੜੇ ਹੋਈਏ, ਇਕਜੁੱਟ ਹੋਈਏ ਤੇ ਮੋਰਚਾ ਜਿੱਤਣ ਵੱਲ ਵਧੀਏ। ਪਰ ਸੁਖਬੀਰ, ਇੱਕ ਇਹ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਬੀਤ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਲਗਾਤਾਰ ਨਾਲ ਜੁੜਦੀਆਂ ਜਾਂਦੀਆਂ, ਉਹਦਾ ਮੰਥਨ ਕਰਨਾ ਵੀ ਜ਼ਰੂਰੀ ਹੁੰਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕ੍ਰਮ ਨਾ ਹੋਵੇ। ਬਿਲਕੁਲ ਦੇਖੋ ਮੰਥਨ ਜ਼ਰੂਰੀ ਹੈ। ਜੇ ਮੈਨੂੰ ਪਰਸਨਲੀ ਤੁਸੀਂ ਇਹ ਸਵਾਲ ਪੁੱਛ ਰਹੇ ਨਾ, ਮੈਂ ਪਰਸਨਲੀ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਨਸਾਨ ਆ, ਹਰ ਇੱਕ ਬੰਦਾ ਗਲਤੀ ਕਰਦਾ। ਜਿਹੜਾ ਬੰਦਾ ਗਲਤੀ ਨਹੀਂ ਕਰਦਾ ਫਿਰ ਉਹ ਤਾਂ ਰੱਬ ਹੋ ਗਿਆ। ਸੋ ਮੈਂ ਵੀ ਕਿਤੇ ਨਾ ਕਿਤੇ ਬਹਿ ਕੇ ਸੋਚਦਾ ਹੁੰਦਾ ਯਾਰ ਵੀ ਮੇਰੇ ਤੋਂ ਕਦੀ ਵਾਰੀ ਕੋਈ ਇੱਦਾਂ ਦੀ ਗੱਲ ਨਾ ਕਹੀ ਜਾਵੇ, ਖਾਸ ਤੌਰ 'ਤੇ ਮੀਡੀਆ ਮੂਹਰੇ ਕੋਈ ਇੱਦਾਂ ਦਾ ਬਿਆਨ ਨਾ ਸਾਹਮਣੇ ਆ ਜਾਏ ਜਿਹਦੇ ਨਾਲ ਫਿਰ ਵੱਖਵਾਦ ਭਾਰੂ ਹੋਵੇ, ਲੋਕ ਇਹ ਕਹਿਣ ਯਾਰ ਇਹ ਵੰਡਣ ਨੂੰ ਫਿਰਦੇ ਨੇ। ਸੋ ਇਸ ਲਈ ਸਾਨੂੰ ਆਪਦੇ ਅੰਦਰ ਬਹਿ ਕੇ ਮੰਥਨ ਕਰਨਾ ਪੈਣਾ ਹੈ, ਕਿਉਂਕਿ ਮੰਥਨ ਕਰਨਾ ਸਭ ਤੋਂ ਜ਼ਰੂਰੀ ਹੈ। ਸੋ ਜਿਹੜੇ ਵੀ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਜਿਹੜੇ ਵੀ ਆਗੂ ਨੇ ਜਾਂ ਕਿਸੇ ਆਮ ਬੰਦੇ ਨੇ ਦਿੱਲੀ ਤੋਂ ਕੁਛ ਇੱਦਾਂ ਦੀ ਗੱਲ ਕਹੀ ਆ ਜਿਹੜੇ ਨਾਲ ਸਾਡੇ ਤੇ ਵੱਖਵਾਦ ਭਾਰੂ ਹੁੰਦਾ ਹੈ, ਸਾਡੇ ਕਿਸਾਨੀ ਮੋਰਚੇ ਨੂੰ ਢਾਹ ਲੱਗੀ ਆ, ਉਹਨੂੰ ਘਰੇ ਬਹਿ ਕੇ ਜਿਹਨੂੰ ਵੀ ਉਹ ਮੰਨਦਾ ਹੈ, ਉਹ ਕੁਦਰਤ ਨੂੰ ਮੰਨਦਾ ਤਾਂ ਵੀ ਠੀਕ ਹੈ, ਕਿਸੇ ਗੁਰੂ ਪੀਰ ਨੂੰ ਮੰਨਦਾ, ਉਹਦੇ ਮੂਹਰੇ ਬਹਿ ਕੇ ਇਹ ਉਹਨੂੰ ਅੰਦਰੋਂ ਸੋਚਣਾ ਪੈਣਾ ਹੈ ਕਿ ਹਾਂ ਮੈਂ ਗਲਤ ਕਿੱਥੇ ਹਾਂ। ਕਿਉਂਕਿ ਹਰੇਕ ਇਨਸਾਨ ਨੂੰ ਬਾਈ ਪਤਾ ਹੁੰਦਾ ਹੈ ਕਿ ਅੰਦਰੋਂ ਕਿੱਥੇ ਗਲਤ ਹੈ। ਸਿਰਫ ਆਪ ਦਾ ਮੰਥਨ ਕਰਨ ਦੀ ਲੋੜ ਹੈ, ਆਪਣੇ ਆਪ ਨੂੰ ਅੰਦਰ ਝਾਕਣ ਦੀ ਲੋੜ ਹੈ। ਜਦੋਂ ਅਸੀਂ ਆਪ ਦਾ ਅੰਦਰ ਸੁਧਾਰ ਲਿਆ ਨਾ, ਅਸੀਂ ਪੰਜਾਬ ਸੁਧਾਰਨ 'ਚ ਕਾਮਯਾਬ ਹੋ ਜਾਵਾਂਗੇ। ਸੋ ਆਓ ਬੈਠ ਕੇ ਮੰਥਨ ਕਰੀਏ, ਤੁਸੀਂ ਸੋਚੋ, ਅਸੀਂ ਵੀ ਸੋਚੀਏ। ਇਹ ਕੁਝ ਨੌਜਵਾਨਾਂ ਦੇ ਵੱਲੋਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਲੱਖਾ ਹੁਣ ਦਿੱਲੀ ਜਾਊਗਾ, ਜਿਸ ਤਰੀਕੇ ਦੇ ਨਾਲ ਲੱਖੇ ਦੇ ਉੱਤੇ ਇਨਾਮ ਹੈ, ਕਿਤੇ ਉਹਨੂੰ ਗ੍ਰਿਫਤਾਰ ਨਾ ਕਰ ਲਿਆ ਜਾਵੇ। ਦੇਖੋ ਲੱਖੇ ਤੇ ਧਾਰਾ ਕਿਹੜੀ ਹੈ, ਮੈਂ ਇਹ ਗੱਲ ਤੁਹਾਨੂੰ ਵੀ ਪਤਾ ਹੈ, ਮੀਡੀਆ ਸਾਰਿਆਂ ਨੂੰ ਪਤਾ ਹੈ ਕਿ ਉਹਤੇ ਸੇਮ ਧਾਰਾ ਹੈ ਜਿਹੜੀ ਜਥੇਬੰਦੀਆਂ ਦੇ 32 ਆਗੂਆਂ ਅਤੇ ਇਹਨਾਂ ਤੋਂ ਇਲਾਵਾ ਮੇਧਾ ਪਾਟਕਰ, ਜੋਗਿੰਦਰ ਯਾਦਵ, ਰਕੇਸ਼ ਟਕੈਤ, ਉਹਨਾਂ ਦੇ ਸੇਮ ਉਹੀ ਧਾਰਾ ਲੱਖੇ ਅਤੇ ਦੀਪ ਤੇ ਹੈ। ਦੀਪ ਅਰੈਸਟ ਹੋ ਗਿਆ, ਦੀਪ ਅੰਦਰ ਚਲਾ ਗਿਆ। ਸੋ ਇਸ ਲਈ ਜਦੋਂ ਦੀਪ ਦੀ ਜ਼ਮਾਨਤ ਹੋਊਗੀ ਉਸ ਤੋਂ ਬਾਅਦ ਉਹਦੀ ਕੋਈ ਗੱਲ ਬਣੂਗੀ। ਉਹਨਾਂ ਚਿਰ ਉਹੀ ਧਾਰਾ ਲੱਖੇ ਤੇ ਆ, ਜਦ ਉਹ ਆਗੂ ਸਾਹਿਬਾਨ ਆਮ ਲੋਕਾਂ 'ਚ ਫਿਰ ਸਕਦੇ ਨੇ। ਕਿਉਂਕਿ ਯਾਰ ਤੁਸੀਂ ਦੇਖੋ ਵੀਰੇ, ਅਸੀਂ ਉੱਥੇ ਬੰਦੇ ਮਾਰਨ ਗਏ ਹਾਂ ਯਾਰ, ਅਸੀਂ ਕਤਲ ਕਰਨ ਗਏ, 307 ਵਰਗੀਆਂ ਧਾਰਾਵਾਂ ਸਾਡੇ ਤੇ ਲਾਤੀਆਂ, ਸਾਡੇ ਨੌਜਵਾਨਾਂ ਤੇ ਲਾਤੀਆਂ। ਅਸੀਂ ਤਾਂ ਉੱਥੇ ਹੱਕ ਦੀ ਲੜਾਈ ਲੜਨ ਗਏ ਯਾਰ, ਅਸੀਂ ਤਾਂ ਖੇਤਾਂ ਦੇ ਰਾਜੇ ਸੀ, ਅਸੀਂ ਤਾਂ ਸੜਕਾਂ 'ਤੇ ਰੁਲੇ ਪਏ ਹਾਂ ਉੱਥੇ। ਕਾਰਨ ਕੀ ਹੈ? ਅਸੀਂ ਉੱਥੇ ਕਤਲ ਕਰਨ ਨਹੀਂ ਗਏ। ਸੋ ਜਿਹੜੀਆਂ ਧਾਰਾਵਾਂ ਦੇ ਤਹਿਤ ਪਰਚੇ ਹੋਏ ਨੇ ਇਹ ਬਹੁਤ ਗਲਤ ਨੇ। ਸੋ ਉਹੀ ਧਾਰਾ ਦੇ ਤਹਿਤ ਸਿਧਾਣੇ ਤੇ ਪਰਚਾ ਹੈ। ਸੋ ਜਦੋਂ ਸਾਰਿਆਂ ਦੀ ਗੱਲ ਹੋਊਗੀ ਦਿੱਲੀ ਪੁਲਿਸ ਨੂੰ, ਕਿਉਂਕਿ ਕੋਈ ਪ੍ਰੂਫ ਨਹੀਂ ਹੈ ਲੱਖੇ ਦੇ ਅਗੇਂਸਟ, ਇੱਕ ਵੀ ਪ੍ਰੂਫ ਨਹੀਂ ਹੈ। ਹੁਣ ਕਹਿਣ ਨੂੰ ਤਾਂ ਮੈਂ ਕਹਿੰਦਾ ਯਾਰ ਵੀ ਮੇਰਾ ਇੱਥੇ ਇਹਨੇ ਜੀ ਸਿਰ ਪਾੜਤਾ, ਕਹਿਣ ਨੂੰ ਕੀ ਹੈ? ਕਹਿਣ ਨੂੰ ਤਾਂ ਅੱਜ ਆਪਾਂ ਕਹਿ ਦਈਏ ਯਾਰ ਵੀ ਮੇਰੀ ਨਰਿੰਦਰ ਮੋਦੀ ਨਾਲ ਆਹ ਚੀਜ਼ ਤੋਂ ਐਂ ਹੋਈ ਹੈ, ਨਹੀਂ। ਕਹਿਣ ਦੇ ਨਾਲ ਪੁਲਿਸ ਕਦੇ ਕਾਰਵਾਈ ਨਹੀਂ ਕਰਦੀ ਹੁੰਦੀ। ਪੁਲਿਸ ਸਬੂਤਾਂ ਦੇ ਆਧਾਰ 'ਤੇ ਹੀ ਕਾਰਵਾਈ ਹੋਊ, ਉਹਦੇ ਵਿਰੁੱਧ ਕੋਈ ਸਬੂਤ ਹੀ ਨਹੀਂ ਹੈ। ਸੋ ਇਸ ਲਈ ਜੇ ਉਹ ਜ਼ਮਾਨਤ ਵੀ ਲਾਊਗਾ, ਮੈਨੂੰ ਲੱਗਦਾ ਹੈ ਤਾਂ ਉਹਦੀ ਬੇਲ ਵੀ ਬਾਹਰੋਂ ਬਾਹਰ ਹੋ ਜਾਣੀ ਹੈ, ਕਿਉਂਕਿ ਉਹਦੇ ਵਿਰੁੱਧ ਪ੍ਰੂਫ ਨਹੀਂ ਹੈ। ਇਸ ਲਈ ਪੁਲਿਸ ਨੂੰ ਵੀ ਇਹ ਦੇਖਣਾ ਪਊਗਾ ਕਿ ਹਾਂ ਉਹਦੇ ਮਗਰ ਉਹਨੂੰ ਕਿੰਨੇ ਲੋਕ ਚਾਹੁਣ ਵਾਲੇ ਨੇ, ਲੋਕ ਆਸ਼ਕ ਨੇ ਬਾਈ ਉਹਦੇ। ਸੋ ਇਸ ਲਈ ਜਦੋਂ ਉੱਥੇ ਜਾਊਗਾ ਤਾਂ ਮੈਨੂੰ ਨਹੀਂ ਲੱਗਦਾ ਦਿੱਲੀ ਪੁਲਿਸ ਇੱਦਾਂ ਦਾ ਕੋਈ ਕਰੂਗੀ ਜਾਂ ਕੋਈ ਇੱਦਾਂ ਦੀ ਡਰਨ ਵਾਲੀ ਗੱਲ ਹੈ, ਕਿਉਂਕਿ ਸਾਰਾ ਕੁਝ ਨਾਰਮਲ ਚੱਲ ਰਿਹਾ। ਅੱਛਾ, ਦੀਪ ਸਿੱਧੂ ਦਾ ਕੋਈ ਅੰਦਰੋਂ ਕੋਈ ਸੁਨੇਹਾ ਤੁਹਾਨੂੰ ਮਿਲਿਆ ਹੋਵੇ? ਦੇਖੋ ਕਲਸੀ ਬਾਈ ਹੁਣੀ ਮਿਲ ਕੇ ਆਏ ਨੇ, ਮੇਰੀ ਕਲਸੀ ਬਾਈ ਨਾਲ ਗੱਲ ਹੋਈ ਸੀ, ਉਹ ਠੀਕ ਹੈ, ਵਧੀਆ, ਮਹਾਰਾਜ ਚੜ੍ਹਦੀ ਕਲਾ 'ਚ ਹੈ ਜੀ। ਤੇ ਕਿਸਾਨੀ ਸੰਘਰਸ਼ ਜਿੱਤਣ ਵਾਸਤੇ ਦੇਖੋ ਹੋ ਸਕਦਾ ਹੈ ਉਹਦੀ ਸੋਚ ਕੁਛ ਆਗੂਆਂ ਨਾਲ ਜਾਂ ਸਾਡੇ ਨਾਲ ਨਾ ਮਿਲਦੀ ਹੋਵੇ, ਪਰ ਟੀਚਾ ਤਾਂ ਇੱਕ ਹੀ ਸੀ ਨਾ। ਉਹਨੇ ਲਗਜ਼ਰੀ ਲਾਈਫ ਛੱਡ ਕੇ ਉੱਥੇ ਬੈਠਾ, ਕਿਤੇ ਉਹ ਕਰੋੜਾਂ ਦੀਆਂ ਗੱਡੀਆਂ 'ਚ ਘੁੰਮਣ ਵਾਲਾ ਇਨਸਾਨ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਸੋ ਉਹਨੇ ਯਾਰ ਕੋਈ ਅਲੱਗ ਕੋਈ ਜ਼ੁਰਮ ਤਾਂ ਨਹੀਂ ਕੀਤਾ ਜਾਂ ਉਹਨੇ ਕੋਈ ਗਲਤ ਤਾਂ ਨਹੀਂ ਕੀਤਾ। ਹਾਂ, ਜਜ਼ਬਾਤੀ ਹੋਇਆ ਬੰਦਾ ਕੁਝ ਵੀ ਕਰ ਜਾਂਦਾ ਹੈ, ਜਜ਼ਬਾਤ ਹਾਵੂ ਹੋ ਗਏ ਜਾਂ ਤੁਸੀਂ ਇਹ ਕਹਿ ਲਓ, ਤਾਂ ਫਿਰ ਉਹਨੂੰ ਅਸੀਂ ਗਲਤ ਕਿਸੇ ਆਧਾਰ 'ਤੇ ਕਹਿ ਦਈਏ। ਪਰ ਉਹਦਾ ਗੁੱਸਾ ਵੀ ਸੀਗਾ ਜਦੋਂ ਆਪਾਂ ਦੇਖਿਆ ਕਿ ਲਾਈਵ ਹੋਇਆ, ਉਹਦੇ ਹਾਲਾਤ ਆਪਾਂ ਦੇਖੇ ਸੀਗੇ ਜਦੋਂ ਪੁਲਿਸ ਤੋਂ ਭੱਜਿਆ ਹੋਇਆ ਸੀਗਾ। ਤੇ ਉਸ ਤੋਂ ਬਾਅਦ ਜਦੋਂ ਆਪਾਂ ਦੇਖਿਆ ਕਿ ਲਗਾਤਾਰ ਉਸ ਨੂੰ ਦੀਪ ਨੂੰ ਟਾਰਗੇਟ ਕੀਤਾ ਗਿਆ, ਸਿਰਫ ਦੀਪ ਸਿੱਧੂ ਦਾ ਨਾਂ ਆ ਗਿਆ, ਬਾਕੀ ਸਾਰੇ ਪਿੱਛੇ ਰਹਿ ਗਏ, ਸਿਰਫ ਦੀਪ ਸਿੱਧੂ ਦਾ ਨਾਂ ਆ ਗਿਆ। ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਜਾਂ ਉਹਦਾ ਕੋਈ ਅੰਦਰੋਂ ਕੋਈ ਇਸ ਤਰ੍ਹਾਂ ਦਾ ਸੁਨੇਹਾ ਆਇਆ ਹੋਵੇ ਕਿ ਉਹ ਥੋੜ੍ਹਾ ਬਹੁਤਾ ਗੱਲਾਂ ਨੂੰ, ਉਹ ਚੀਜ਼ਾਂ ਨੂੰ ਭੁੱਲ ਚੁੱਕਿਆ, ਉਭਾਰ 'ਚ ਆ ਗਿਆ। ਕਿਉਂਕਿ ਆਪਾਂ ਮੰਨਦੇ ਹਾਂ ਕਿ ਲੱਖੇ ਸਿਧਾਣੇ ਦੇ ਕੰਪੈਰੀਜ਼ਨ ਦੀਪ ਸਿੱਧੂ ਜਜ਼ਬਾਤੀ ਹੈ।
ਨਹੀਂ ਬਿਲਕੁਲ ਜਜ਼ਬਾਤੀ ਹੈ ਦੀਪ, ਇਹ 'ਚ ਕੋਈ ਗੱਲ ਨਹੀਂ ਹੈ, ਪਰ ਕੋਈ ਇਦਾਂ ਦਾ ਸੁਨੇਹਾ ਨਹੀਂ ਹੈ ਕਿਉਂਕਿ ਅੰਦਰ ਹੈ, ਜੇ ਗੱਲ ਤਾਂ ਕਿਸੇ ਨਾਲ ਹੋ ਨਹੀਂ ਰਹੀ। ਦਲਜੀਤ ਕਲਸੀ ਹੁਣੀ ਮਿਲ ਕੇ ਆਏ ਨੇ, ਸੋ ਸਿੰਪਲ ਹੈ ਬਸ ਵੀ ਮੋਰਚੇ ਦੀ ਚੜ੍ਹਦੀ ਕਲਾ ਲੱਗੇ ਰਹੋ। ਤਾਂ ਮੈਨੂੰ ਇਹ ਵੀ ਲੱਗਦਾ, ਮੈਨੂੰ ਪਰਸਨਲੀ ਇਹ ਵੀ ਲੱਗਦਾ ਅੱਜ ਸ਼ਾਇਦ ਉਹਦੀ ਜ਼ਮਾਨਤ ਲੱਗਣੀ ਸੀ ਤੇ ਜਲਦੀ ਉਹਦੀ ਜ਼ਮਾਨਤ ਵੀ ਹੋ ਜੂਗੀ ਤੇ ਉਹ ਬਾਹਰ ਆ ਜਾਊਗਾ, ਕਿਉਂਕਿ ਸਾਡੇ 90% ਮੁੰਡੇ ਬਾਹਰ ਆ ਚੁੱਕੇ ਨੇ। ਸਾਡੇ ਏਰੀਏ ਦੇ ਸੀ 2 ਟੂਸਿਆਂ ਦਾ ਮੁੰਡਾ ਸੀ ਇਕਬਾਲ, ਪ੍ਰਦੀਪ ਹੁਣੀ ਸੀਗੇ ਇੱਥੋਂ ਤੇ ਇੱਕ ਸੁਖਪ੍ਰੀਤ ਸੀ ਬਡੂਵਾਲ ਤੋਂ। ਇਹ 3 ਮੁੰਡੇ ਮੇਰੇ ਏਰੀਏ ਦੇ ਸੀ ਜਿਨ੍ਹਾਂ ਦੇ ਮੈਂ ਘਰਾਂ 'ਚ ਜਾ ਕੇ ਇਹਨਾਂ ਨੂੰ ਪਰਿਵਾਰਾਂ ਨੂੰ ਮਿਲ ਕੇ ਆਇਆ ਸੀ। ਤਾਂ ਇਹਨਾਂ 3 ਦੀ ਜ਼ਮਾਨਤ ਹੋ ਗਈ ਆ, ਹੋਈ ਨੂੰ ਵੀ 20-25 ਦਿਨ ਹੋ ਚੱਲੇ ਨੇ। ਸੋ ਇਸ ਲਈ ਮੈਨੂੰ ਲੱਗਦਾ ਦੀਪ ਦੀ ਵੀ 1-2 ਦਿਨਾਂ 'ਚ ਬੇਲ ਹੋ ਜੂਗੀ ਤੇ ਉਹ ਵੀ ਆ ਕੇ ਬਾਹਰ ਇਸ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਇੱਥੇ ਆ ਕੇ ਖੜ੍ਹ ਜੂਗਾ ਤੇ ਇਹ ਮੋਰਚੇ ਜਿੱਤਣ ਵੱਲ ਨੂੰ ਹੋ ਜੂਗਾ। ਜਿਵੇਂ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੰਘਰਸ਼ ਲੰਬਾ ਚੱਲੂਗਾ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜਾ ਪ੍ਰੈਸ਼ਰ ਜਿਹੜਾ ਪਹਿਲਾਂ ਸੀਗਾ ਪ੍ਰੈਸ਼ਰ ਉਹ ਥੋੜ੍ਹਾ ਬਹੁਤਾ ਸਰਕਾਰ ਦੇ ਉੱਤੋਂ ਰਿਲੀਜ਼ ਹੋਇਆ? ਬਿਲਕੁਲ, ਮੈਂ ਇਹ ਕਹਿਣ 'ਚ ਨਹੀਂ ਕਤਰਾਵਾਂਗਾ, ਹੋਇਆ। ਤੁਹਾਡੀ ਗੱਲ ਸਹੀ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਪ੍ਰੈਸ਼ਰ ਨੂੰ ਅਸੀਂ ਦੁਬਾਰਾ ਬਿਲਡ ਕਰਾਂਗੇ ਨਾ। ਦੇਖੋ ਹੁਣ ਲੱਖਾ ਜਾਂਦਾ ਦਿੱਲੀ ਤਾਂ ਇੱਥੋਂ ਅਸੀਂ ਲੱਖ ਮੁੰਡਾ ਇਕੱਠਾ ਕਰਕੇ ਲੈ ਕੇ ਜਾਵਾਂਗੇ। ਪੰਜਾਬ 'ਚੋਂ ਜੇ ਲੱਖ ਅਸੀਂ ਕਹਿੰਦੇ ਚਲੋ 70,000 ਬੰਦਾ ਵੀ ਜਾਂਦਾ ਹੈ ਤਾਂ ਕਿੱਡਾ ਵੱਡਾ ਇਕੱਠ ਉੱਥੇ ਜਾਊਗਾ। ਦੁਬਾਰਾ ਸਰਕਾਰ 'ਤੇ ਪ੍ਰੈਸ਼ਰ ਹੋਊਗਾ ਉਸ ਬੰਦੇ ਨੂੰ ਦੁਬਾਰਾ, ਕਿਉਂਕਿ ਇੰਟੈਲੀਜੈਂਸ ਦੀਆਂ ਏਜੰਸੀਆਂ ਜਿਹੜੀਆਂ ਬਾਰ-ਬਾਰ ਫਿਰ ਰਹੀਆਂ ਨੇ, ਉਹਨਾਂ ਨੂੰ ਪਤਾ ਕਿ ਉੱਥੇ ਇਕੱਠ ਵੀ ਨਹੀਂ ਹੈ, ਆਗੂਆਂ ਨੂੰ ਤਾਂ ਹੀ ਮੀਟਿੰਗ ਲਈ ਨਹੀਂ ਬੁਲਾਇਆ ਜਾ ਰਿਹਾ। ਤਾਂ ਫਿਰ ਜਦੋਂ ਇੰਨਾ ਇਕੱਠ ਜਾਂਦਾ ਨਾ ਤਾਂ ਬੰਦੇ ਦਾ, ਜਿਹੜੇ ਸਾਡੇ ਵੀ ਆਗੂ ਬੈਠੇ ਨੇ ਉਹਨਾਂ ਦਾ ਵੀ ਹੌਸਲਾ ਦੁੱਗਣਾ ਹੋਊਗਾ। ਸੋ ਇਸ ਨਾਲ ਸਰਕਾਰ 'ਤੇ ਪ੍ਰੈਸ਼ਰ ਵਧੂਗਾ। ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਐਡੇ ਵੱਡੇ ਅੰਦੋਲਨ ਹੁੰਦੇ ਨੇ, ਇਤਿਹਾਸ ਦੇ ਵਿੱਚ ਨਾਮ ਲਿਖਿਆ ਗਿਆ ਅੰਦੋਲਨ ਦਾ, ਤਾਂ ਉਤਰਾਅ ਚੜ੍ਹਾਅ ਆਉਣੇ ਮਾਮੂਲੀ ਜੀ ਗੱਲ ਨੇ। ਇੱਥੇ ਅਸੀਂ ਕਿਸੇ ਦੇ ਵੱਲੋਂ ਧਰਨਾ ਲਾ ਦਈਏ, 4 ਦਿਨ ਦਾ ਧਰਨਾ ਹੋਵੇ ਨਾ, ਤਾਂ ਉੱਥੇ ਵੀ ਉਤਰਾਅ ਚੜ੍ਹਾਅ ਜਾਂਦੇ ਨੇ। ਸੋ ਇਸ ਲਈ ਬਹੁਤ ਵੱਡਾ ਅੰਦੋਲਨ ਹੈ, ਦੁਬਾਰਾ ਨਹੀਂ ਚੜ੍ਹਦੀ ਕਲਾ ਹੋ ਜਾਣਾ। ਤੁਸੀਂ ਮੀਡੀਆ ਜ਼ਰੂਰ ਦੇਖੋਗੇ ਕਿ ਕਿੱਦਾਂ ਦੁਬਾਰਾ ਤੁਹਾਨੂੰ ਜਿਹੜਾ 25 ਜਨਵਰੀ ਤੋਂ ਪਹਿਲਾਂ ਸੀ ਉਹ ਲੈ ਅੰਦੋਲਨ ਦੀ ਵਾਪਸ ਦੇਖਣ ਨੂੰ ਮਿਲੂਗੀ, ਕਿਉਂਕਿ ਸਾਰੇ ਸਿੰਗਰ ਤਿਆਰ ਬੈਠੇ ਨੇ। ਉਹ ਵੀ ਕਹਿ ਰਹੇ ਨੇ ਬਈ ਤੁਰੋ, ਕਦੋਂ ਚੱਲਣਾ ਹੈ? ਜਦੋਂ ਸਾਰੇ ਪੰਜਾਬ ਦਾ ਗਾਇਕ ਤਬਕਾ, ਲੇਖਕ, ਐਕਟਰ ਜਿਹੜੇ ਅੱਗੇ ਸਾਡੇ ਨਾਲ ਜਾਂਦੇ ਸੀ, ਸਿਧਾਣੇ ਹੁਣੀ ਹੋ ਗਏ, ਹੋਰ ਜਿੰਨੇ ਪੰਜਾਬ ਦੇ ਇੰਟੈਲੈਕਚੁਅਲ ਨੇ, ਇਹ ਜਾਣਗੇ ਤਾਂ ਮੋਰਚਾ ਚੜ੍ਹਦੀ ਕਲਾ 'ਚ ਹੋ ਜਾਊਗਾ। ਸੇ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਅੱਛਾ ਬਾਈ ਜੀ, ਹੁਣ ਵੋਟਾਂ ਆਉਣੀਆਂ ਨੇ ਜਿਸ ਤਰੀਕੇ ਦੇ ਨਾਲ, ਸਾਡੇ ਲੋਕਾਂ ਦਾ ਥੋੜ੍ਹਾ ਬਹੁਤਾ ਸੁਭਾਅ ਇੱਦਾਂ ਦਾ ਕਿ ਅਸੀਂ ਛੇਤੀ ਭੁੱਲ ਜਾਂਦੇ ਹਾਂ ਕੋਈ ਨਾ ਕੋਈ ਗੱਲ ਨੂੰ। ਇਹ ਨਾ ਹੋਵੇ ਕਿ ਨੌਜਵਾਨਾਂ ਨੂੰ ਥੋੜ੍ਹਾ ਜਿਹਾ ਇਸ ਪਾਸੇ ਨੂੰ ਵੀ ਧਿਆਨ ਦੇਣਾ ਪੈਣਾ ਕਿ ਅਸੀਂ ਕਿਸਾਨੀ ਸੰਘਰਸ਼ ਨੂੰ ਪਿੱਛੇ ਕਰ ਦਈਏ, ਵੋਟਾਂ ਵੱਲ ਨੂੰ ਹੋ ਜਾਈਏ। ਨਹੀਂ ਦੇਖੋ, ਹਜੇ ਸਮਾਂ ਹੈ, ਹਜੇ ਤਕਰੀਬਨ ਸਾਡੇ ਕੋਲ 8-9 ਮਹੀਨੇ ਦਾ ਸਮਾਂ ਹੈ, ਪਰ ਗਤੀਵਿਧੀਆਂ ਵੀਰੇ ਸਟਾਰਟ ਹੋ ਚੁੱਕੀਆਂ ਨੇ। ਮੈਂ ਤੁਹਾਡੀ ਸਮਝਦਾ। ਦੇਖੋ ਜਦੋਂ ਇਨਸਾਨ ਨੇ ਬਦਲਣਾ ਨਾ ਤਾਂ ਉਹਨੂੰ 24 ਘੰਟੇ ਵੀ ਬਹੁਤ ਨੇ। ਇਹ ਕਿਉਂਕਿ ਸਾਡੀ ਸੋਚ ਬਦਲਣ ਲੱਗਿਆ, ਪਤਾ ਨਹੀਂ ਲੱਗਣਾ ਸੀ ਕਿਹੜੇ ਵੇਲੇ ਕਿਸ ਪਾਸੇ ਨੂੰ ਹੋ ਜਾਣਾ ਹੈ। ਸੋ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਹਜੇ ਕਹਿਣਾ ਕਾਹਲੀ ਹੋਊਗੀ, ਪਹਿਲਾਂ ਦੇਖਦੇ ਹਾਂ ਵੀ ਅੰਦੋਲਨ ਕਿਸ ਤਰੀਕੇ ਜਿੱਤਿਆ ਜਾਂਦਾ ਹੈ। ਦੇਖੋ ਪੰਜਾਬ ਦਾ ਰਾਜਨੀਤਿਕ ਹਾਲਾਤ ਨੇ ਨਾ, ਜਿਹੜੀਆਂ ਰਾਜਨੀਤਿਕ ਤਬਦੀਲੀਆਂ ਨੇ 22 ਦੇ ਵਿੱਚ, ਤਾਂ ਉਹਨੂੰ ਕਾਫੀ ਹੱਦ ਤੱਕ ਕਿਸਾਨੀ ਅੰਦੋਲਨ ਹੀ ਤੈਅ ਕਰੂਗਾ। ਇਹ ਪੰਜਾਬ ਦੇ ਤੁਸੀਂ ਕਿਸੇ ਵੀ ਇੰਟੈਲੈਕਚੁਅਲ ਨੂੰ ਪੁੱਛ ਸਕਦੇ ਹੋ, ਇਹ ਗੱਲ 'ਚ ਕੋਈ ਝੂਠ ਨਹੀਂ ਹੈ। ਜੇ ਅੰਦੋਲਨ ਜਿੱਤਦੇ ਆ, ਕਿਹੜੇ ਹਿਸਾਬ ਨਾਲ ਜਿੱਤਦੇ ਆ, ਕਿਵੇਂ ਜਿੱਤਦੇ ਆ, ਤਾਂ ਇਹਦਾ ਪੰਜਾਬ ਦੀ ਰਾਜਨੀਤੀ 'ਤੇ ਇੱਕ ਆਉਣ ਵਾਲੇ ਸਮੇਂ 'ਚ ਵੱਡਾ ਪ੍ਰਭਾਵ ਪੈਣਾ ਹੈ। ਸੋ ਇਸ ਲਈ ਇਲੈਕਸ਼ਨ ਨੂੰ ਹਜੇ 8-9 ਮਹੀਨੇ ਦਾ ਕੋਰਟ ਆਫ ਕੰਡਕਟ ਨੂੰ ਸਮਾਂ ਹੈਗਾ। ਸੋ ਜਦ ਤੱਕ ਲੋਕ ਅਵੇਅਰ ਹੋ ਜਾਣਗੇ, ਉਹਨਾਂ ਨੂੰ ਪਤਾ ਲੱਗ ਜੂਗਾ ਕਿ ਅੱਜ ਤੱਕ 1947 ਤੋਂ ਲੈ ਕੇ ਹੁਣ ਤੱਕ ਰਵਾਇਤੀ ਪਾਰਟੀਆਂ ਨੇ ਸਾਨੂੰ ਲੁੱਟਿਆ ਕੁੱਟਿਆ ਹੈ। ਤੇ ਇੱਕ ਨਵੀਂ ਪਾਰਟੀ ਆਈ ਸੀ 17 ਦੇ ਵਿੱਚ, ਉਹ ਵੀ ਪੰਜਾਬ ਦਾ ਚੰਮ ਲਾ ਕੇ ਨਾਲ ਲੈ ਗਈ। ਸਾਡੇ ਪੈਸੇ ਇੰਨਾ ਵੇਸਟੇਜ ਹੋਇਆ ਪਰ ਨਿਕਲਿਆ ਕੁਛ ਨਹੀਂ। ਸੋ ਇਸ ਲਈ ਸਾਡੇ ਲੋਕ ਸਮਝਣਗੇ, ਜੋ ਮੈਨੂੰ ਲੱਗਦਾ। ਤੁਹਾਨੂੰ ਲੱਗਦਾ ਵੀ ਹੁਣ ਜਿੱਦਾਂ ਨੌਜਵਾਨਾਂ 'ਚ ਤੁਸੀਂ ਵਿਚਰਦੇ ਹੋ, ਨੌਜਵਾਨਾਂ ਦੀ ਕੀ ਆਵਾਜ਼ ਹੈ ਕਿ ਕੋਈ ਇਸ ਤਰ੍ਹਾਂ ਦੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਚੱਕੇ, ਜਿਹੜੀ ਕਿਸਾਨੀ ਮੁੱਦਿਆਂ ਨੂੰ ਚੱਕੇ, ਜਾਂ ਹੋਰ ਜਿਹੜੇ ਹੈਗੇ ਆ ਸਾਡੇ ਰਵਾਇਤੀ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਚੁੱਕੇ? ਬਿਲਕੁਲ, ਦੇਖੋ ਇਹ ਇਕੱਲੇ ਨੌਜਵਾਨਾਂ ਨੂੰ ਹੀ, ਹਰ ਇੱਕ ਉਸ ਬੰਦੇ ਨੂੰ ਲੱਗਦਾ ਹੈ, ਪਰ ਵੋਟਾਂ ਦੇ ਨੇੜੇ ਆ ਕੇ ਸਾਡੇ 'ਚ ਪਤਾ ਨਹੀਂ ਕਿਹੜੇ ਚੱਕਰੀ ਲੱਗ ਜਾਂਦੀ ਹੈ। ਅਸੀਂ ਘੁੰਮ ਜਾਂਦੇ ਹਾਂ, ਫਿਰ ਉਹੀ ਰਵਾਇਤੀ ਪਾਰਟੀਆਂ ਵੱਲ ਹੋ ਜਾਂਦੇ ਹਾਂ। ਅਸੀਂ ਕਹਿੰਦੇ ਹਾਂ, ਜਿਵੇਂ ਉਹ ਸਿਆਣੇ ਕਹਿੰਦੇ ਨਾ, ਵੀ ਕਹਿੰਦੇ ਆ ਭਗਤ ਸਿੰਘ ਜੰਮੇ ਪਰ ਸਾਡੇ ਘਰੇ ਨਾ ਜੰਮੇ। ਬਦਲਾਵ ਹਰੇਕ ਲਿਆਉਣਾ ਚਾਹੁੰਦਾ ਹੈ, ਪਰ ਉਹਦੀ ਸ਼ੁਰੂਆਤ ਲਈ ਠੋਸ ਜਿਹੜੇ ਸਬੂਤ ਨੇ ਜਾਂ ਕਦਮ ਨੇ ਉਹ ਨਹੀਂ ਸਾਨੂੰ ਚੱਕਣੇ ਆ ਰਹੇ। ਸਾਡੇ ਲੋਕ ਵਿਸ਼ਵਾਸ ਕੀਤੇ ਕਰਨ, ਜਿੱਤੇ ਕਰਦੇ ਨੇ ਉਹੀ ਵਿਸ਼ਵਾਸ ਨੂੰ ਤੋੜ ਜਾਂਦਾ ਹੈ। ਚਾਹੇ ਮੈਂ ਗੱਲ ਕਰਾਂ, ਪਿੱਛੇ ਇੱਕ ਪਾਰਟੀ ਆਈ ਸੀ ਜਿਹੜੀ ਭਗਤ ਸਿੰਘ ਦੀਆਂ ਸਮਾਧ ਤੋਂ ਸਹੁੰ ਖਾਧੀ ਸੀ, ਉਸ ਤੋਂ ਬਾਅਦ। ਸੋ ਇਸ ਲਈ ਕੋਈ ਆਪਣਾਪਣ ਜਿਹਾ ਨਹੀਂ ਸਾਨੂੰ ਮਹਿਸੂਸ ਹੁੰਦਾ। ਇਸ ਲਈ ਮੈਂ ਤਾਂ ਇਹ ਵੀ ਗੱਲ ਕਹਿ ਦੇਣਾ ਹੁੰਦਾ ਕਿ ਪੰਜਾਬ ਦੇ ਜਿੰਨੇ ਇੰਟੈਲੈਕਚੁਅਲ ਨੇ ਜਾਂ ਜਿੰਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ, ਕਿਉਂਕਿ ਪਾਰਟੀਆਂ ਵੱਡੀਆਂ ਨਹੀਂ ਹੁੰਦੀਆਂ, ਉਹਦੇ 'ਚ ਬੰਦੇ ਲੱਭਣੇ ਪੈਣੇ ਨੇ। ਬੰਦੇ ਹਰ ਇੱਕ ਪਾਰਟੀ ਦੇ ਵਿੱਚ ਚੰਗੇ ਨੇ, ਪੰਜਾਬ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਸਾਡੇ ਪੰਜਾਬ ਲਈ ਪਾਣੀਆਂ ਦੀ ਗੱਲ ਕਰਦੇ ਨੇ। ਸੋ ਇਸ ਲਈ ਸਾਨੂੰ ਉਹ ਬੰਦੇ ਚੁਣਨੇ ਪੈਣਗੇ। ਮੈਂ ਤਾਂ ਇੱਥੇ ਤੱਕ ਕਹਿ ਦੇਣਾ ਕਿ ਉਹ ਜਿੰਨੇ ਬੰਦੇ ਨੇ ਅਲੱਗ-ਅਲੱਗ, ਕੋਈ ਕਿੱਤੇ ਆ, ਕੋਈ ਕਿਹੜੀ ਪਾਰਟੀ 'ਚ, ਉਹ ਸਾਰੇ ਇਕੱਠੇ ਹੋ ਜਾਣੇ ਆ, ਇੱਕ ਇਕੱਠੇ ਹੋ ਕੇ ਨਵਾਂ ਫਰੰਟ ਤਿਆਰ ਹੋਵੇ। ਅੱਛਾ, ਆਗੂਆਂ ਨਾਲ ਤੁਹਾਡੀ ਕਿਤੇ ਨਾ ਕਿਤੇ ਗੱਲਬਾਤ ਹੁੰਦੀ ਹੋਣੀ ਹੈ, ਜਾਂ ਤੁਸੀਂ ਕਿਹਾ ਕਿ ਜਦੋਂ ਦੀ ਗ੍ਰਿਫਤਾਰੀ ਹੋਈ ਹੈ ਦੀਪ ਸਿੱਧੂ ਦੀ ਜਾਂ 26 ਦੀ ਘਟਨਾਕ੍ਰਮ ਹੋਇਆ, ਉਦੋਂ ਤੋਂ ਬਾਅਦ ਲਗਾਤਾਰ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਤੁਹਾਨੂੰ ਉਹਨਾਂ ਤੋਂ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਪਤਾ ਲੱਗੀ ਹੋਵੇ? ਸਰਕਾਰ ਕਿੱਥੇ ਕੁ ਖੜੀ ਹੈ? ਦੇਖੋ, ਸਰਕਾਰ ਤਾਂ ਹਜੇ ਟਸ ਤੋਂ ਮਸ ਨਹੀਂ ਹੋ ਰਹੀ। ਉਹੀ ਗੱਲ ਹੈ, ਕਹਿੰਦਾ ਮੁੱਛ ਦਾ ਸਵਾਲ ਬਣਿਆ ਹੋਇਆ। ਉਹਨਾਂ ਦੀ ਅੜੀ ਆ ਵੀ ਤੁਸੀਂ ਇਹਨੂੰ ਜਿੰਨਾ ਮਰਜ਼ੀ ਇਹ 'ਚ ਕਰਾ ਲਓ, ਇਹ 'ਚ ਜਿੰਨੀਆਂ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ। ਬਿਲਕੁਲ, ਵੀ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ, ਅਸੀਂ ਰੈਡੀ ਹਾਂ।
ਵੀ ਇੱਥੇ ਤੱਕ ਵੀ ਸੋਧ ਕਰਦੇ ਨੇ, ਇੱਕ ਬਰਫੀ ਦਾ ਡੱਬਾ ਭਰਿਆ ਵੀ ਬਰਫੀ ਮਠਿਆਈ ਤੁਸੀਂ ਖਾ ਲਓ, ਕੱਲਾ ਗੱਤੇ ਦਾ ਡੱਬਾ ਸਾਡੇ ਕੋਲ ਰਹਿਣ ਦਿਓ। ਪਰ ਸਾਡੇ ਵਾਲੇ ਹੁਣ ਕਿਉਂਕਿ ਅਸੀਂ ਨਾ ਸ਼ੁਰੂ ਤੋਂ ਉਹਦੇ ਵਿੱਚ ਸਾਰੇ ਹੀ ਆਪਾਂ ਜ਼ਿੰਮੇਦਾਰ ਹਾਂ, ਚਾਹੇ ਉਹ ਮੀਡੀਆ ਹੈ, ਚਾਹੇ ਅਸੀਂ ਹਾਂ, ਚਾਹੇ ਜਥੇਬੰਦੀਆਂ ਦੇ ਆਗੂ ਨੇ। ਅਸੀਂ ਲੋਕਾਂ ਦੇ ਮਨਾਂ 'ਚ ਇਹ ਘਰ ਕਰਤਾ ਵੀ ਅਸੀਂ ਕਾਨੂੰਨ ਰੱਦ ਕਰਾਉਣੇ ਨੇ। ਹੁਣ ਜਿਹੜਾ ਰੱਦ ਸ਼ਬਦ ਹੈ ਨਾ, ਉਧਰ ਜਿਹੜੀ ਸਰਕਾਰ ਵੱਲੋਂ ਮਿਨਿਸਟਰ ਨੇ ਉਹ ਰੱਦ ਕਰਨਾ ਨਹੀਂ ਚਾਹੁੰਦੇ, ਅਸੀਂ ਰੱਦ ਕਰਾਏ ਤੋਂ ਬਿਨਾਂ ਹਿੱਲਣਾ ਨਹੀਂ ਚਾਹੁੰਦੇ। ਸੋ ਹੁਣ ਕੁੰਡੀ ਉਹ ਰੱਦ ਤੇ ਫਸੀ ਆ। ਸੋ ਉਹ ਕਹਿੰਦੇ ਨੇ ਕਿ ਅਸੀਂ ਰੱਦ ਕਰਨਾ ਨਹੀਂ, ਦੇਖਦੇ ਕਿੰਨਾ ਚਿਰ ਬੈਠੇ ਆ। ਉਹਨਾਂ ਨੂੰ ਐਂ ਲੱਗਦਾ ਵੀ ਹੁਣ ਗਰਮੀ ਆ ਗਈ, ਨਿਕਲ ਜਾਣਗੇ। ਜਿਹੜੇ 5 ਡਿਗਰੀ ਤਾਪਮਾਨ ਜਦੋਂ ਪੂਰਾ ਪੋਹ ਮਾਘ ਸੀ ਉਦੋਂ ਨਹੀਂ ਹਿੱਲੇ, ਇਹਨਾਂ ਨੇ ਗਰਮੀਆਂ 'ਚ ਕਿੱਥੋਂ ਹਿੱਲਣਾ। ਸੋ ਰੱਦ ਕਰਾ ਕੇ ਮੁੜਾਂਗੇ, ਮਾਲਕ ਮਿਹਰ ਰੱਖੇ ਬਸ। ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਮੁੱਦੇ ਹੋਰ ਵੀ ਬਹੁਤ ਨੇ? ਜੇ ਮੰਨ ਲਓ ਆਪਾਂ ਇਹ ਖੇਤੀ ਕਾਨੂੰਨ ਰੱਦ ਕਰਵਾ ਲਏ ਤਾਂ ਪੰਜਾਬ ਦੇ ਅੱਗੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਖੜੇ ਨੇ, ਪਾਣੀਆਂ ਦਾ ਮੁੱਦਾ ਖੜਾ, ਹੋਰ ਕਈ ਮੁੱਦੇ ਖੜੇ ਨੇ। ਇਹ ਤੋਂ ਕੁਛ ਨਾ ਕੁਛ ਪ੍ਰਾਪਤੀ ਚਾਹੀਦੀ ਹੈ। ਬਿਲਕੁਲ ਪ੍ਰਾਪਤੀ ਚਾਹੀਦੀ ਹੈ। ਜੇ ਅਸੀਂ ਕੁਝ ਵੀ ਪ੍ਰਾਪਤ ਕਰ ਗਏ ਨਾ, ਹੁਣ ਵੀ ਅਸੀਂ ਬੜਾ ਕੁਝ ਪ੍ਰਾਪਤ ਹੋਇਆ, ਇਹ 'ਚ ਕੋਈ ਦੋ ਰਾਮਾ ਨਹੀਂ ਹੈ। ਅਸੀਂ ਪੰਜਾਬ ਦਾ ਇੱਕਾ ਵਾਪਸ ਲਿਆਂਦਾ, ਅਸੀਂ ਲੋਕਾਂ ਦੇ ਦਿਲਾਂ ਵਿੱਚ ਉਹ ਜਿਹੜੀ ਖਾਰ ਸੀ ਇੱਕ ਦੂਜੇ ਪ੍ਰਤੀ ਉਹ ਕੱਢਤੀ। ਤਾਂ ਇਸ ਲਈ ਲੱਗੇ ਹੋਏ ਹਾਂ। ਦੇਖੋ ਅੱਗੇ ਨੂੰ ਹੋਰ ਬੈਟਰ ਹੋਊਗਾ ਜਦੋਂ ਕੋਈ ਇਨਸਾਨ ਇੱਕ ਥਾਂ ਤੋਂ ਪਲੱਸ ਹੋ ਜਾਂਦਾ ਨਾ, ਉਹਨੂੰ ਪੋਜ਼ਿਟਿਵ ਪੁਆਇੰਟ ਮਿਲਦਾ ਤਾਂ ਅੱਗੇ ਤੋਂ ਬੜਾ ਹੋ ਜਾਂਦਾ। ਜੇ ਅਸੀਂ ਇਹ ਅੰਦੋਲਨ ਜਿੱਤ ਲਿਆ ਤਾਂ ਸਾਡੀ ਜਿਹੜੀ ਮਨੋਦਸ਼ਾ ਬਹੁਤ ਵੱਧ ਜਾਣੀ ਆ, ਸਾਡਾ ਮਨੋਬਲ ਬੜਾ ਵੱਧ ਜਾਣਾ, ਸਾਡੇ 'ਚ ਪੋਜ਼ਿਟਿਵਿਟੀ ਇੰਨੀ ਜ਼ਿਆਦਾ ਭਰ ਜਾਣੀ ਆ ਕਿ ਫਿਰ ਅਸੀਂ ਆ ਕੇ ਪੰਜਾਬ ਦੇ ਮੁੱਦੇ ਨਜਿੱਠ ਲਾਂਗੇ। ਸੋ ਇਸ ਲਈ ਪਹਿਲਾ ਜਿਹੜਾ ਪੜਾਅ ਹੈ ਉਹ ਕਿਸਾਨੀ ਅੰਦੋਲਨ ਹੈ, ਵੀ ਇਹਨੂੰ ਕਿੱਦਾਂ ਜਿੱਤਦੇ ਹਾਂ। ਅੱਛਾ ਸੁਖਵੀਰ, ਇੱਕ ਬੀਤੇ ਦਿਨੀ ਘਟਨਾ ਵਾਪਰੀ ਹੈ, ਕਤਲ ਹੋਇਆ ਉੱਥੇ ਇੱਕ ਕਿਸਾਨ ਭਰਾ ਦਾ ਸਾਡੇ ਦਾ, ਉਹਨੂੰ ਕਿਵੇਂ ਲੈਂਦੇ ਹੋ? ਬੀਤੀ ਰਾਤ ਹੀ ਹੋਇਆ ਜੀ। ਉਹ ਮੈਨੂੰ ਜਸਵੀਰ ਹੋਣਾ ਨਾਲ ਹੀ ਗੱਲ ਹੋਈ ਹੈ, ਮੇਰਾ ਉਹਦੇ ਵਿੱਚ ਮੈਨੂੰ ਉਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਲੱਗਿਆ ਹਜੇ, ਕਿਉਂਕਿ ਅਸੀਂ 2 ਦਿਨਾਂ ਦੇ ਪੰਜਾਬ ਆ। ਸੋ ਉਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਹੋਇਆ। ਬਹੁਤ ਮੰਦਭਾਗਾ ਜੀ, ਬਠਿੰਡਾ ਦੇ ਕਿਸਾਨ ਦੱਸੇ ਜਾ ਰਹੇ ਨੇ ਉਹ ਕਿਸਾਨ। ਸੋ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਇਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਵੀ ਹੋ ਸਕਦਾ ਕਿਤੇ ਨਾ ਕਿਤੇ ਜਿਹੜਾ ਉੱਥੇ ਖੌਫ ਪੈਦਾ ਕਰਨ ਦੇ ਲਈ ਕੀਤਾ ਗਿਆ ਹੋਵੇ, ਜਾਂ ਦੂਸਰੀ ਗੱਲਬਾਤ ਹੋ ਸਕਦੀ ਹੈ ਕਿ ਆਪਸੀ ਰੰਜਿਸ਼। ਜੇ ਸਾਡੀ ਆਪਸੀ ਰੰਜਿਸ਼ ਹੈ ਤਾਂ ਵੀ ਬਹੁਤ ਮਾੜੀ ਹੈ। ਬਿਲਕੁਲ ਦੋਨੇ ਪੱਖਾਂ ਤੋਂ ਮਾੜਾ ਹੈ ਜੀ। ਦੇਖੋ ਕਿਸੇ ਇਨਸਾਨ ਦਾ ਜਾਣਾ ਸਾਡੇ ਲਈ ਬੜਾ ਦੁਖਦਾਇਕ ਹੈ, ਖਾਸ ਤੌਰ ਤੇ ਜਦੋਂ ਅਸੀਂ ਪਿਛਲੇ 100 ਦਿਨਾਂ ਤੋਂ ਉੱਪਰ ਹੋ ਗਿਆ ਦਿੱਲੀ ਬੈਠਿਆਂ ਨੂੰ, ਬਾਰਡਰਾਂ 'ਤੇ ਬੈਠਿਆਂ ਨੂੰ, ਤਾਂ ਕਿਸੇ ਦੀ ਜਾਨ ਜਾਣੀ ਬੜਾ ਦੁਖਦਾਇਕ ਹੈ, ਪੇਨਫੁਲ ਹੈ। ਸੋ ਅਸੀਂ ਤਾਂ ਇਹੀ ਗੱਲ ਉੱਥੇ ਵੀ ਬਾਰ-ਬਾਰ ਕਹਿੰਦੇ ਹਾਂ ਯਾਰ ਵੀ ਇਦਾਂ ਦੀ ਕੋਈ ਗੱਲ ਨਾ ਕਰੋ ਜਿਹਦੇ ਨਾਲ ਅੰਦੋਲਨ ਨੂੰ ਢਾਹ ਲੱਗੇ। ਤੇ ਜੇ ਤਾਂ ਇਹ ਰੰਜਿਸ਼ ਹੋਇਆ ਤਾਂ ਬਹੁਤ ਮਾੜਾ ਹੈ। ਜੇ ਕੋਈ ਇਹਦਾ ਹੋਰ ਕਾਰਨ ਹੈ ਤਾਂ ਉਹ ਪੁਲਿਸ ਲੱਗੀ ਹੋਈ ਹੈ, ਜਥੇਬੰਦੀ ਦਾ ਆਗੂ ਡੱਲੇਵਾਲ ਸਾਹਿਬ ਉੱਥੇ ਸੀਗੇ ਰਾਤ ਵੀ ਜਦੋਂ ਮੇਰੀ ਗੱਲ ਹੁੰਦੀ ਹੈ ਜਸਵੀਰ ਨਾਲ, ਤਾਂ ਪਰਮਾਤਮਾ ਮਿਹਰ ਕਰੂਗਾ ਤੇ ਜਲਦੀ ਹੋਈ ਇਹ ਸਾਰਾ ਕੁਝ ਨਜਿੱਠ ਲਾਂਗੇ। ਕਦੋਂ ਜਾ ਰਹੇ ਹੋ ਤੁਸੀਂ ਦਿੱਲੀ? ਬਸ ਆਹੀ ਹੈ ਜੀ, ਅੱਜ ਅਨਾਊਂਸ ਹੋ ਜਾਵੇ, ਕਿਉਂਕਿ ਮੈਂ ਪਰਸੋਂ ਚੌਥੇ ਹੀ ਆਇਆ ਜੀ ਵਾਪਸ। ਤੇ ਆ 2 ਦਿਨ ਸੀਗੇ ਵੀ ਮੀਟਿੰਗਾਂ ਹੋ ਗਈਆਂ ਸੀ, ਇੱਕ ਰਿਟਰਨ 'ਚ ਸਾਨੂੰ ਚਾਹੀਦਾ ਸੀ। ਤੇ ਜਦੋਂ ਉਹ ਉਧਰੋਂ ਆ ਜਾਊਗਾ ਦੇਸ਼, ਫਿਰ ਲੱਖੇ ਹੁਣੀ ਸਾਰੇ ਇਹ ਵੀ ਜਾਣਗੇ, ਫਿਰ ਅਸੀਂ ਉਹ ਵੱਡਾ ਇਕੱਠ ਲੈ ਕੇ ਜਾਵਾਂਗੇ। ਅਖੀਰ 'ਚ ਨੌਜਵਾਨਾਂ ਨੂੰ ਵੀਰ ਕੀ ਅਪੀਲ ਕਰਦੇ ਹੋ? ਬਸ ਇਹੀ ਲੱਗੇ ਰਹੋ, ਆਪਾਂ ਜਿੱਤਾਂਗੇ, ਨੈਗੇਟਿਵਿਟੀ ਨਹੀਂ ਲਿਆਉਣੀ। ਤੇ ਜਲਦੀ ਹੋਈ ਤੁਹਾਨੂੰ ਉੱਥੋਂ ਦੀਆਂ ਸਟੇਜਾਂ 'ਤੇ, ਦਿੱਲੀ ਦੀਆਂ ਸਟੇਜਾਂ 'ਤੇ ਪੰਜਾਬ ਦੇ ਸਾਰੇ ਗਾਇਕ, ਪੰਜਾਬ ਦੇ ਇੰਟੈਲੈਕਚੁਅਲ ਅਤੇ ਲੱਖੇ ਸਿਧਾਣੇ ਹੁਣੀ ਦੇਖਣ ਨੂੰ ਮਿਲਣਗੇ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਇਹ ਸਨ ਸੁਖ ਜਗਰਾਉਂ, ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਭਲਕੇ ਕੱਲ੍ਹ ਕੋਈ ਫੈਸਲਾ ਆ ਸਕਦਾ ਲੱਖੇ ਸਿਧਾਣੇ ਦੇ ਬਾਰੇ। ਰਿਟਨ ਦੇ ਵਿੱਚ ਫੈਸਲਾ ਹੋ ਚੁੱਕਿਆ। ਉਹਨਾਂ ਨੇ ਕਿਹਾ ਕਿ ਰਿਟਨ ਦੇ ਵਿੱਚ ਉਡੀਕਿਆ ਜਾ ਰਿਹਾ, ਕਿਸੇ ਵੇਲੇ ਵੀ ਲੱਖਾ ਸਿਧਾਣਾ ਦੀ ਜਿਹੜੀ ਹੈਗੀ ਐਂਟਰੀ ਉਹ ਦਿੱਲੀ ਬਾਰਡਰਾਂ ਦੇ ਉੱਤੇ ਹੋ ਜਾਏਗੀ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ।